ਤੁਸੀਂ ਵਿਜੀਲੈਂਸ ਦੀ ਗੱਲ ਕਰਨੀ ਹੋ ਵੀ ਵਿਜੀਲੈਂਸ ਵੀ ਬਾਰ-ਬਾਰ ਰੇਡ ਕਰਦੀ ਹੈ, ਦੂਜੇ ਪਾਸੇ ਕਿਸ ਤਰੀਕੇ ਕੋਈ ਵੀ ਕੀਤਾ ਮੈਂ ਨਹੀਂ ਕਿਹਾ, ਤੁਸੀਂ ਕੀਤਾ ਮੈਨੂੰ ਸਵਾਲ। ਮੈਂ ਨਹੀਂ ਕਿਹਾ ਵਿਜੀਲੈਂਸ ਕਰਦੀ, ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਖੌਫ ਹੈ ਵਿਜੀਲੈਂਸ ਦਾ। ਜਦੋਂ ਮਰਜ਼ੀ ਆਏ, ਜਿਹਦੇ ਵੱਲ ਮਰਜ਼ੀ ਆਏ, ਅਸੀਂ ਨਹੀਂ ਕੀਤਾ। ਇਹ ਤੁਹਾਡਾ ਸਵਾਲ ਸੀ। ਮੈਂ ਇੰਨੀ ਗੱਲ ਕਹੀ ਸੀ ਕਿ ਵਿਜੀਲੈਂਸ ਨੂੰ ਇਹ ਜਿਹੜੀ ਆਮ ਆਦਮੀ ਪਾਰਟੀ ਆਪਣੇ ਮੰਜੇ ਥੱਲੇ ਵੀ ਸੋਟਾ ਫੇਰ ਕੇ ਵੇਖੇ। ਰੋਜ਼ ਤਾਂ ਕੋਈ ਐਮਐਲਏ ਕਾਬੂ ਆ ਜਾਂਦਾ। ਉਹ ਤੁਸੀਂ ਆਪਣੀਆਂ ਲਾਅ ਮੇਕਰਸ, ਤੁਹਾਡੀਆਂ ਐਮਐਲਏ ਜਿਹੜੀਆਂ, ਉਹਨਾਂ ਨਾਲ ਉਹਨਾਂ ਦੇ ਹਸਬੈਂਡਸ ਨੇ ਮਿਸਬਿਹੇਵ ਕੀਤਾ, ਅਜੇ ਤੱਕ ਉਹਨਾਂ ਦੇ ਅਗੇਂਸਟ ਕੋਈ ਕੰਪਲੇਂਟ ਨਹੀਂ ਤੁਸੀਂ ਦਾਇਰ ਕੀਤੀ ਕਿ ਔਰਤਾਂ ਆਪ ਹਾਈ ਕੋਰਟਾਂ 'ਚ ਜਾਣ ਆਪਣੇ ਘਰਦਿਆਂ ਦੇ ਖਿਲਾਫ ਤੇ ਉੱਥੇ ਸੁਰੱਖਿਆ ਮੰਗਣ ਆਨਰੇਬਲ ਹਾਈ ਕੋਰਟਸ ਤੇ ਕੋਈ ਸਾਡੀ ਜਾਨ ਆਪਣੇ ਹਸਬੈਂਡ ਤੋਂ ਸੇਫ ਨਹੀਂ, ਤੇ ਕੇਸਿਸ ਔਰਤਾਂ 'ਤੇ ਰਜਿਸਟਰ ਹੋਣ। ਇਹ ਰਾਮ ਰਾਜ ਹੈ ਜੀ। ਤੁਹਾਡੀ ਕੀ ਤਿਆਰੀ ਹੈ ਕਾਂਗਰਸ ਪਾਰਟੀ ਨੂੰ ਲੈ ਕੇ, ਕਿਉਂਕਿ ਕੇਜਰੀਵਾਲ ਦਾ ਨਾਮ ਤਾਂ ਬਾਰ-ਬਾਰ ਲਿਆ ਜਾਂਦਾ ਆਮ ਆਦਮੀ ਪਾਰਟੀ ਵੱਲੋਂ। ਨਿਆਣਾ ਤਾਂ ਜੇ ਜੰਮਿਆ ਵੀ ਨਹੀਂ, ਕੱਪੜੇ ਖਰੀਦਣ ਦੀ, ਉਹਦਾ ਨਾਂ ਰੱਖਣ ਦੀ ਗੱਲ ਕਰਦੇ ਫਿਰਦੇ। ਨਿਆਣਾ ਤਾਂ ਜੇ ਜੰਮਿਆ ਵੀ ਨਹੀਂ, ਐਮਪੀ ਇਹਨਾਂ ਕੋਈ ਕਹਿ ਨਹੀਂ। ਇਹ ਕਿਹੜੇ ਪ੍ਰਧਾਨ ਮੰਤਰੀ ਦੇ ਸੁਪਨੇ ਵੇਖੀ ਜਾਂਦੇ। 542 ਮੇਰੇ ਛੋਟੇ ਵੀਰ ਲੋਕ ਸਭਾ ਦੀਆਂ ਸੀਟਾਂ, 542 ਇੱਕ ਐਮਪੀ ਕੇਜਰੀਵਾਲ ਦਾ ਨਹੀਂ। ਮੈਨੂੰ ਨਾਂ ਦਿਓ। ਇਹ ਪ੍ਰਾਈਮ ਮਿਨਿਸਟਰ ਬਣ ਲੱਗਾ ਬਿਨਾਂ ਐਮਪੀ ਤੋਂ ਹੀ। ਕੋਈ ਲੀਡਰ 75 ਸਾਲਾਂ 'ਚ ਮੇਰਾ ਓਪਨ ਚੈਲੰਜ ਹੈ, ਮੇਰਾ ਓਪਨ ਚੈਲੰਜ ਹੈ ਕੇਜਰੀਵਾਲ। ਆ ਚੱਲ ਰਾਹੁਲ ਗਾਂਧੀ ਮੁਕੰਮਲ ਕਰ ਲੈਂਦਾ, ਤੂੰ ਸਾਰੇ ਦੇਸ਼ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੈਦਲ ਹੀ ਚੱਲ ਕੇ ਵਿਖਾ ਦੇ। ਆਓ ਵੇਖੀਏ ਤਾਂ ਸਹੀ ਕਿ ਕਿਤੇ ਕਾਂਗਰਸੀ ਲੀਡਰ ਵੀ ਡਰੇ ਹੋਏ ਨੇ, ਜੋ ਆਮ ਆਦਮੀ ਪਾਰਟੀ ਬਾਰ-ਬਾਰ ਕਹਿ ਰਹੀ ਹੈ ਜਿਨ੍ਹਾਂ ਨੇ ਕਰਪਸ਼ਨ ਕੀਤੀ ਅਸੀਂ ਪਕੜਨਾ ਹੀ ਪਕੜਨਾ, ਚਾਹੇ ਕੁਝ ਵੀ ਹੋ ਜਾਏ। ਅਸੀਂ ਕਦੋਂ ਰੋਕਿਆ ਕਿ ਇਹਨੂੰ ਫੜਨ ਨੂੰ? ਕੱਲ੍ਹ ਹੀ ਫੌਜਾ ਸਿੰਘ ਜੀ ਰਾਤ ਆਡੀਓ ਉਹਨਾਂ ਦੀ ਲੀਕ ਹੋਈ ਹੈ, ਸੌਦਾ ਕਰ ਰਹੇ ਨੇ। ਉਹਨੂੰ ਕਦੋਂ ਗ੍ਰਿਫਤਾਰ ਕਰੋਗੇ? ਆ ਜਿਹੜੇ ਤੁਹਾਡੇ ਮਾਜਰੇ ਨੇ, ਕਿਸੇ ਦਾ ਜਨਾਨੀ ਨਾਲ ਪੇਚਾ ਪਿਆ, ਕਿਸੇ ਦਾ ਈਡੀ ਨਾਲ ਪੇਚਾ ਪਿਆ, ਕਿਸੇ ਦਾ ਡਾਕਟਰਾਂ ਨਾਲ ਪੇਚਾ ਪਿਆ, ਇਹਨਾਂ ਦੀ ਗ੍ਰਿਫਤਾਰੀ ਕਦੋਂ ਹੋਏਗੀ? ਇੱਥੇ ਕਈ ਐਮਐਲਏ ਨੇ, ਕੋਈ ਪਾਇਲ ਦਾ, ਕੋਈ ਫਾਜ਼ਿਲਕਾ ਦਾ, ਕੋਈ ਲੋਕਾਂ ਕੋ ਮਾਈਨਿੰਗ ਦੇ ਪੈਸੇ ਫੜੀ ਜਾਂਦਾ, ਕੁਝ ਔਰਤਾਂ ਕੋ ਬਿਜ਼ਨਸ ਰਨ ਕਰਨ ਦੇ ਪੈਸੇ ਮੰਗਦੇ ਫਿਰਦੇ ਨੇ। ਉਹਨਾਂ 'ਤੇ ਐਕਸ਼ਨ ਭਗਵੰਤ ਮਾਨ ਜੀ ਕਦੋਂ ਲੈਣਗੇ? ਅਜੇ ਤੇ ਐਮਐਲਏਆਂ ਦੀ ਤੇ ਮੰਤਰੀਆਂ ਦੇ ਕੰਮ ਹੀ ਅਜੇ ਸ਼ੁਰੂ ਹੋਇਆ। ਤੁਸੀਂ ਕਹਿੰਦੇ ਉਹਨਾਂ ਨੂੰ ਟਾਈਮ ਦਿਓ, ਟਾਈਮ ਤੇ ਦੇ ਦੇਣਾ। ਲੋਕ ਤੇ ਹੱਥਾਂ ਨੂੰ ਦੰਦੀਆਂ ਵੱਢਦੇ ਫਿਰਦੇ ਨੇ। ਜਿਹੜੀ ਪਾਰਟੀ ਕਹਿੰਦੀ ਇਹ 2 ਕਮਰਿਆਂ ਤੋਂ ਚੱਲਾਂਗੇ ਘਰਾਂ 'ਚੋਂ, ਉਹ ਇੱਕ ਕਿੱਲੇ ਦੇ 5 ਘਰ ਨੇ ਭਗਵੰਤ ਮਾਨ ਕੋਲ। ਜੇ ਸੁਰੱਖਿਆ ਦਿੱਤੀ ਗਈ ਹੈ ਤਾਂ ਇਹ ਪ੍ਰੋਟੋਕੋਲ ਦੇ ਤਹਿਤ ਹੀ ਹੈ। ਇਹ ਰਾਘਵ ਚੱਡਾ ਜੀ ਬਾਹਰਲੇ ਮੁਲਕ 'ਚ ਜੰਮੇ ਨੇ ਕਿ ਇਹਨਾਂ ਨੂੰ ਵੱਖਰਾ ਪ੍ਰੋਟੋਕੋਲ ਨੇ, ਤੇ ਜਿਹੜੇ ਹਿੰਦੁਸਤਾਨ ਜੰਮੇ ਉਹਨਾਂ ਨੂੰ ਵੱਖਰਾ ਪ੍ਰੋਟੋਕੋਲ ਨੇ। ਭਗਵੰਤ ਮਾਨ ਜਰਮਨੀ ਗਏ ਨੇ, ਕਹਿੰਦੇ ਵੀ ਕੰਪਨੀਆਂ ਨੂੰ ਸੱਤਾ ਦੇਣਗੇ ਕਿ ਪੰਜਾਬ ਵਿੱਚ ਆਉਣ। ਕੋਈ ਇਹੋ ਜਿਹੀ ਚੀਜ਼ ਨਹੀਂ ਰਹਿ ਗਈ ਜਿਹੜੀ ਜਰਮਨੀ 'ਚ ਬਣਦੀ ਤੇ ਹਿੰਦੁਸਤਾਨ 'ਚ ਨਾ ਬਣਦੀ। ਤੇ ਇਹ ਭਗਵੰਤ ਮਾਨ ਜੀ ਨੂੰ ਕਿਹੜੀ ਨਵੀਂ ਉੱਥੋਂ ਸੁਗਾਤ ਉਹ ਦੇ ਕੇ ਘੱਲਣਗੇ? ਕੁਝ ਨਹੀਂ। ਇਹ ਬੇਸਿਕਲੀ ਛੁੱਟੀ ਹੈ ਪਰਿਵਾਰ ਦੇ ਨਾਲ ਐਟ ਦੀ ਐਕਸਪੈਂਸ ਆਫ ਦੀ ਸਟੇਟ ਐਕਸਚੇਕਰ। ਕਹਿਣ ਦਾ ਮਤਲਬ ਹੈ ਕਿ ਜਿਹੜੇ ਟੈਕਸ ਦੇਣ ਵਾਲੇ ਲੋਕ ਨੇ ਪੰਜਾਬ ਦੇ, ਉਹ ਇਹਨਾਂ ਦੀ ਇਸ ਛੁੱਟੀ ਦਾ ਬਿੱਲ ਅਦਾ ਕਰਨਗੇ। ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਸ਼ਹਿਰ 'ਚ ਜਰਮਨੀ ਦੇ ਜਾ ਕੇ ਜਿਹਨਾਂ ਹੋਟਲਾਂ 'ਚ ਰਹਿੰਦੇ ਉੱਥੇ ਇਹ ਰੁਕੇ। ਗੱਲ ਕੀਤੀ ਏਜੰਸੀਆਂ ਦੀ ਕਿ ਦਬਾਅ ਪਾ ਕੇ ਵੀ ਲੀਡਰਾਂ ਨੂੰ ਦੂਜੇ ਪਾਸੇ ਖਿੱਚਿਆ ਜਾਂਦਾ। ਇਹ ਕੋਈ ਨਵੀਂ ਚੀਜ਼ ਜਿਹੜੀ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ? ਕੋਈ ਰਾਕਟ ਸਾਇੰਸ ਤੇ ਹੈ ਨਹੀਂ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹੀ ਹੋ ਰਿਹਾ। ਪਰ ਤੁਹਾਨੂੰ ਇਸ ਤਰੀਕੇ ਨਾਲ ਕੋਈ ਅਪਰੋਚ ਕੀਤਾ ਗਿਆ? ਮੈਨੂੰ ਕਰਨ ਦੀ ਕੋਈ ਤਾਕਤ ਨਹੀਂ ਰੱਖਦਾ। ਇਸ ਗੱਲ ਦੀ ਧਾਰਨਾ ਮੇਰੇ ਕਿ ਜਿਹੜੀ ਗੱਲ ਕਹਿਣੀ ਹੈ ਡਟ ਕੇ ਕਹੋ ਤੇ ਲੋਕਾਂ ਵਿੱਚ ਉਸ ਗੱਲ ਦਾ ਅਸਰ ਜਾਏ। ਸੋ ਸਾਨੂੰ ਕੋਈ ਏਜੰਸੀ ਜਾਂ ਕੋਈ ਇਹੋ ਜਿਹਾ ਬੰਦਾ ਕਦੀ ਸਾਡੇ ਤੱਕ ਪਹੁੰਚ ਕਰਨ ਦੀ ਤਾਕਤ ਹੀ ਉਹਨੇ ਨਹੀਂ। ਆਮ ਆਦਮੀ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ, ਵਾਅਦੇ ਕਰਕੇ ਆਉਂਦੀ ਹੈ, ਉਹ ਕਾਂਗਰਸ ਤੋਂ ਲੋਕੀ ਕਿਉਂ ਦੂਰ ਹੋ ਗਏ? ਆਮ ਆਦਮੀ ਪਾਰਟੀ ਇੱਕ ਬਦਲਾਅ ਦੇ ਨਾਂ ਦੇ ਉੱਤੇ ਵੋਟਾਂ ਮੰਗ ਕੇ ਸੱਤਾ ਵਿੱਚ ਆ ਗਈ ਹੈ, ਪਰ ਇਲਜ਼ਾਮ ਵੀ ਲੱਗਦੇ ਆਏ ਨੇ ਆਮ ਆਦਮੀ ਪਾਰਟੀ ਉੱਤੇ, ਚਾਹੇ ਰਾਜ ਸਭਾ ਮੈਂਬਰ ਦੀਆਂ ਸੀਟਾਂ ਨੂੰ ਲੈ ਕੇ ਚਰਚਾ ਹੋਵੇ, ਚਾਹੇ ਦਿੱਲੀ ਤੋਂ ਚੱਲਣ ਲਈ ਚਰਚਾ ਹੋਵੇ। ਤੇ ਦੂਜੇ ਪਾਸੇ ਕਈ ਲੀਡਰ ਇਹ ਵੀ ਕਹਿ ਦਿੰਦੇ ਨੇ ਕਿ 2024 ਦੇ ਵਿੱਚ ਜੋ PM ਹੋਣਗੇ ਉਹ ਕੇਜਰੀਵਾਲ ਹੋਣਗੇ। ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਕੀ ਤਿਆਰੀ ਕਰ ਰਹੀ ਹੈ। ਇੱਕ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਭਾਰਤ ਜੋੜੋ ਦੇ ਨਾਂ ਦੇ ਉੱਤੇ। ਰਾਹੁਲ ਗਾਂਧੀ ਰੋਡ ਸ਼ੋਅ ਕੱਢ ਰਹੇ ਨੇ, ਕਈ ਦਿਨਾਂ ਤੋਂ ਚੱਲਦਾ ਪਿਆ, ਤੇ ਕੀ ਫਾਇਦਾ ਹੋਊਗਾ? ਸਾਡੇ ਨਾਲ ਇਸੇ ਸਬੰਧ ਵਿੱਚ ਮੌਜੂਦ ਨੇ ਪ੍ਰਤਾਪ ਸਿੰਘ ਬਾਜਵਾ ਜੀ, ਜੋ ਦਿੱਗਜ ਨੇਤਾ ਨੇ ਕਾਂਗਰਸ ਪਾਰਟੀ ਦੇ। ਚਰਚਾ ਕਰਾਂਗੇ ਕਿ ਭਾਰਤ ਜੋੜੋ ਨਾਲ ਕੀ ਫਾਇਦਾ ਹੋ ਸਕਦਾ ਕਾਂਗਰਸ ਪਾਰਟੀ ਨੂੰ। ਸਭ ਪਹਿਲਾਂ ਮੈਂ ਸਵਾਲ ਹੈ ਕਿ ਭਾਰਤ ਜੋੜੋ ਜੋ ਯਾਤਰਾ ਕੱਢੀ ਜਾ ਰਹੀ ਹੈ ਇਸ ਸਮੇਂ ਰਾਹੁਲ ਗਾਂਧੀ ਨਾਲ, ਕੀ ਫਾਇਦਾ ਹੋ ਸਕਦਾ ਕਾਂਗਰਸ ਪਾਰਟੀ ਨੂੰ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਕਾਂਗਰਸ ਨੂੰ ਫਾਇਦਾ ਹੋਏ ਜਾਂ ਨਾ ਹੋਏ, ਬੇਸਿਕਲੀ ਫਾਇਦਾ ਰਾਹੁਲ ਗਾਂਧੀ ਜੀ ਦੇਸ਼ ਨੂੰ ਕਰਨਾ ਚਾਹੁੰਦੇ ਨੇ। ਕਿ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਭਾਰਤ ਜੋੜੋ ਯਾਤਰਾ ਨਹੀਂ,
ਬੇਸਿਕਲੀ ਕਈ ਸਾਲਾਂ ਤੋਂ ਲਗਾਤਾਰ, ਵਿਸ਼ੇਸ਼ ਤੌਰ ਜਦੋਂ ਤੇ ਇਹ ਭਾਜਪਾ ਸਰਕਾਰ ਆਈ ਹੈ, ਇਹਨਾਂ ਨੇ ਸਾਰੇ ਦੇਸ਼ ਨੂੰ ਜ਼ਾਤ ਤੇ ਧਰਮ ਦੇ ਆਧਾਰ ਤੇ ਵੰਡ ਦਿੱਤਾ। ਹੈਵ ਐਂਡ ਹੈਵ ਨੋਟਸ ਦੀ ਲੜਾਈ ਸ਼ੁਰੂ ਹੋ ਗਈ। ਦੋ ਵੱਡੀਆਂ ਚੀਜ਼ਾਂ ਇੱਕ ਸਮਝਣ ਦੀ ਕੋਸ਼ਿਸ਼ ਕਰੋ, ਮੈਜੋਰਿਟੀ ਨੂੰ ਮਿਨੋਰਿਟੀ ਨਾਲ ਲੜਾਉਣ ਦੀ ਕੋਸ਼ਿਸ਼, ਦੂਸਰੇ ਪਾਸੇ ਹੈਵ ਨੋਟਸ ਨੂੰ ਹੈਵਜ਼ ਨਾਲ ਲੜਾਉਣ ਦੀ ਕੋਸ਼ਿਸ਼। ਇਹ ਇੱਕ ਬੜੀ ਖਤਰਨਾਕ ਗੱਲ ਹੈ ਜਿਹੜੀ ਰਾਹੁਲ ਗਾਂਧੀ ਜੀ ਨੇ, ਜਿਹੜੀ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡਸ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਉਹਦੇ ਵਿੱਚ ਇਹ ਫੈਸਲਾ ਕੀਤਾ ਸੀ ਤੇ ਲੋਕਾਂ ਨੂੰ ਇਹ ਗੱਲ ਕਹੀ ਕਿ ਟਾਈਮ ਆ ਚੁੱਕਿਆ ਕਿ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਹੈ। ਇਸ ਮਹਾਨ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਅਹਿਮ ਭੂਮਿਕਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਹੀ। ਅੱਜ ਜਿਹੜੇ ਰਾਜ ਕਰ ਰਹੇ ਨੇ ਇਹਨਾਂ ਦਾ ਕੋਈ ਸਿੰਗਲ ਵੀ ਵਿਅਕਤੀ ਇਹੋ ਜਿਹਾ ਨਹੀਂ ਜਿਹੜਾ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਕਿਸੇ ਲੀਡਰ ਨੇ ਕੋਈ ਨੁਮਾਇਆ ਰੋਲ ਅਦਾ ਕੀਤਾ। ਸਰ ਵੀਰ ਸਵਾਕਰ ਦਾ ਨਾਮ ਲੈਂਦੇ ਨੇ, ਤੁਹਾਨੂੰ ਚਰਚਾ ਚੱਲਦੀ ਹੈ ਵੀ। ਤੁਸੀਂ ਜਦੋਂ ਮੇਰੀ ਗੱਲ ਹੁੰਦੀ ਹੈ ਮੇਰੀ ਗੱਲ ਦੇ ਉਹਦੇ 'ਚ ਧਿਆਨ ਦਿਓ, ਮੈਨੂੰ ਆਪਣੀ ਗੱਲ ਪੂਰੀ ਕਰ ਲੈਣ। ਮੈਂ ਕੋਈ ਵਿਵਾਦਿਤ ਗੱਲ ਨਹੀਂ ਅੱਜ ਕਰਨਾ ਹੈ। ਆਪਾਂ ਦੇਸ਼ ਪ੍ਰਤੀ ਜਿਹੜੀ ਗੱਲ ਕਰਨਾ ਹੈ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਨੁਮਾਇਆ ਰੋਲ ਕਾਂਗਰਸ ਦਾ ਰਿਹਾ, ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਂਗਰਸ ਦਾ ਨੁਮਾਇਆ ਰੋਲ ਰਿਹਾ। ਦੇਸ਼ ਦੀ 75 ਸਾਲ ਦੀ ਜਿਹੜੀ ਪੋਲੀਟੀਕਲ ਲਾਈਫ ਹੈ ਉਹਦੇ ਵਿੱਚ ਤਕਰੀਬਨ 50 ਸਾਲ ਕਾਂਗਰਸ ਨੇ ਰਾਜ ਕੀਤਾ। ਪਿਛਲੇ 8-9 ਸਾਲ ਤੋਂ ਹੁਣ ਮੋਦੀ ਸਾਹਿਬ ਦੀ ਸਰਕਾਰ ਹੈ। ਇਸ ਜਿਹੜਾ ਇੱਕ ਦੇਸ਼ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ, ਇੱਕ ਲੋਕ ਰਾਜ ਜਿਸ ਦੇਸ਼ 'ਚ ਗਿਣਿਆ ਜਾਂਦਾ, ਜਿਹਦੇ ਮੇਜਰ ਜਿਹੜੀ ਇਹ ਡੈਮੋਕ੍ਰੈਟਿਕ ਦੇਸ਼ ਹੈ, ਇਹਦੇ 4 ਜਿਹੜੇ ਸਾਰਿਆਂ ਨੂੰ ਮਜ਼ਬੂਤ ਪਿਲਰ ਸੀ, ਜਿਹਦੇ ਵਿੱਚ ਮੀਡੀਆ ਵੀ ਆਉਂਦਾ, ਜਿਹਦੇ ਵਿੱਚ ਜੁਡੀਸ਼ਰੀ ਵੀ ਆਉਂਦੀ ਹੈ, ਉਹ ਅਸੀਂ ਵੇਖਿਆ ਭਾਵੇਂ ਇਲੈਕਸ਼ਨ ਕਮਿਸ਼ਨ ਸਾਰੇ ਪਿਛਲੇ ਸਾਲਾਂ ਦੇ ਵਿੱਚ ਤਸਤ-ਪਸਤ ਕਰ ਦਿੱਤੇ ਇਸ ਗਵਰਨਮੈਂਟ ਨੇ। ਏਜੰਸੀਆਂ ਦਾ ਇਸਤੇਮਾਲ ਕਰਨਾ, ਇਲੈਕਸ਼ਨ ਕਮਿਸ਼ਨ ਨੂੰ ਕਮਜ਼ੋਰ ਕਰਨਾ, ਜੁਡੀਸ਼ਰੀ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਨੀ, ਮੀਡੀਆ ਹਾਊਸਿਸ ਨੂੰ ਬਾਏ ਆਊਟ ਕਰਨ ਦੀ ਕੋਸ਼ਿਸ਼ ਕਰਨੀ, ਓਪੋਜੀਸ਼ਨ ਦੀ ਜ਼ੁਬਾਨ ਬਿਲਕੁਲ ਸਾਫ਼ ਕਰ ਦੇਣੀ, ਦੇਸ਼ ਦੀ ਪਰਸੈਪਸ਼ਨ ਬਦਲਣੀ, ਚੰਗੇ ਭਲੇ ਲੀਡਰਾਂ ਨੂੰ ਵੱਖ-ਵੱਖ ਨਾਮਾਂ 'ਤੇ ਸੋਸ਼ਲ ਮੀਡੀਆ ਦੇ ਜ਼ਰੀਏ ਟਰੋਲ ਕਰਾ ਕੇ ਪਰਸੈਪਸ਼ਨ ਚੇਂਜ ਕਰਕੇ ਅਸਲੀਅਤ ਨੂੰ ਗਲਤ ਬਣਾ ਕੇ। ਸੋ ਉਹਦੇ ਵਿੱਚ ਫਿਰ ਰਾਹੁਲ ਗਾਂਧੀ ਨੇ ਇੱਕੋ ਫੈਸਲਾ ਕੀਤਾ ਕਿ ਇੱਕੋ ਤਰੀਕਾ ਹੀ, ਜਿਸ ਤਰ੍ਹਾਂ ਕਿਸੇ ਟਾਈਮ ਸਾਡੇ ਇਸ ਮਹਾਨ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਮਹਾ ਫਰੀडम ਫਾਈਟਰਸ ਜਿਹੜੇ ਲੈਡ ਬਾਏ ਮਹਾਤਮਾ ਗਾਂਧੀ, ਉਹਨਾਂ ਨੇ ਲੋਕਾਂ ਵਿੱਚ ਗਏ ਸੀ, ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਜੋੜਿਆ ਸੀ। ਦੇਸ਼ ਨੂੰ ਇੱਕ ਕਰਨਾ ਬਹੁਤ ਵੱਡਾ ਲਾਜ਼ਮੀ ਹੈ ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਵੱਡਾ ਹਿੰਦੁਸਤਾਨ 'ਤੇ ਡੇਂਜਰ ਲਾਈ ਕਰਦਾ ਚੀਨ ਦਾ ਅਤੇ ਪਾਕਿਸਤਾਨ। ਦੋਨੋਂ ਦੇਸ਼ ਇਕੱਠੇ ਨੇ। ਚਾਈਨਾ ਦੀਆਂ ਜਿਹੜੀਆਂ ਐਕਸਪੈਂਸ਼ਨਿਸਟ ਪਾਲਿਸੀਜ਼ ਨੇ ਵਰਲਡ ਓਵਰ, ਉਹ ਤੁਹਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਤਾਂ ਇਹਦੇ ਵਾਸਤੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 3750 ਕਿਲੋਮੀਟਰ ਦੀ ਇੱਕ ਭਾਰਤ ਜੋੜੋ ਯਾਤਰਾ ਪੈਦਲ, ਕਿਸੇ ਗੱਡੀ 'ਤੇ ਨਹੀਂ, ਕਿਸੇ ਕਾਰ 'ਤੇ ਨਹੀਂ, ਕਿਸੇ ਰੱਥ 'ਤੇ ਨਹੀਂ, ਪੈਦਲ 150 ਦਿਨ ਲਗਾਤਾਰ, 5 ਮਹੀਨੇ ਲਗਾਤਾਰ 30 ਤੋਂ 35 ਕਿਲੋਮੀਟਰ ਹਰ ਰੋਜ਼, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਨ ਸਮੂਹ ਨੂੰ ਨਾਲ ਜੋੜਨਾ, ਲੋਕਾਂ ਨੂੰ ਨਾਲ ਜੋੜਨਾ, ਉਹਦਾ ਬਹੁਤ ਵੱਡਾ ਜਿਹੜਾ ਹੈ ਇਸ ਟਾਈਮ ਸਮਰਥਨ ਮਿਲਣਾ ਸ਼ੁਰੂ ਹੋ ਗਿਆ। ਤਾਂ ਇਹਦੇ ਵਿੱਚ ਦੇਸ਼ ਨੂੰ ਜੋੜਨਾ ਜ਼ਰੂਰੀ ਸੀ। ਉਹਦੇ ਵਿੱਚੋਂ ਪਾਰਟੀ ਵਾਸਤੇ ਵੀ ਵੇਖੋ ਵੱਡੇ ਐਡਵਾਂਟੇਜਸ ਨੇ। ਜਿਹੜੇ ਲੋਕ ਪਿਛਲੇ ਸਾਲਾਂ ਵਿੱਚ ਕਾਂਗਰਸ ਤੋਂ ਥੋੜ੍ਹੇ ਦੂਰ ਹੋਏ, ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ ਤੁਸੀਂ ਲੋਕਾਂ ਤੋਂ ਦੂਰ ਹੋ ਜਾਂਦੇ ਹੋ। ਇਹ ਜਿੰਨਾ ਮਰਜ਼ੀ ਆਪਾਂ ਗੱਲ ਕਹੀਏ, ਸੱਤਾ ਦੇ ਵਿੱਚ ਲੋਕ ਜਿਹੜੇ ਨੇ, ਕੋਈ ਪੋਲੀਟੀਕਲ ਪਾਰਟੀ ਵੇਖੋ, ਉਹ ਫਿਰ ਲੋਕਾਂ ਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ। ਫਿਰ ਇੱਕ ਟਾਈਮ ਆਉਂਦਾ ਸਾਨੂੰ ਜਿਹੜੀ ਤੁਹਾਡੀ ਮੇਨ ਸਟਰੈਂਥ ਹੈ ਕਿ ਲੋਕਾਂ ਨੂੰ ਨਾਲ ਜੋੜਨਾ, ਲੋਕ ਨਾਲ ਜੁੜਨਗੇ ਤਾਂ ਤੁਹਾਡੀ ਗੱਲ ਬਣੇਗੀ। ਸੋ ਇਹਦੇ ਵਿੱਚ ਦੋਨੋਂ ਚੀਜ਼ਾਂ ਹੋ ਰਹੀਆਂ। ਸਾਰਿਆਂ ਨੂੰ ਪਹਿਲੀ ਚੀਜ਼ ਹੈ ਭਾਈਚਾਰਕ ਪ੍ਰੇਮ ਬਣਾ ਕੇ ਰੱਖਣਾ, ਸਾਰੀਆਂ ਕਮਿਊਨਿਟੀਜ਼ ਨੂੰ ਜੋੜਨਾ, ਸਾਰੇ ਧਰਮਾਂ ਨੂੰ ਜੋੜਨਾ ਅਤੇ ਸਾਰੇ ਹਿੰਦੁਸਤਾਨ ਨੂੰ ਜੋੜਨਾ। ਇਹ ਅਹਿਮ ਜਿਹੜਾ ਮਕਸਦ ਹੈ ਰਾਹੁਲ ਜੀ ਦਾ, ਉਹਦੇ ਨਾਲ ਪਾਰਟੀ ਨੂੰ ਮਜ਼ਬੂਤ ਕਰਨਾ, ਇਹ 2 ਨੰਬਰ ਮਕਸਦ ਹੈ ਉਹਨਾਂ ਦਾ। ਸਰ ਤੁਸੀਂ ਹੁਣ ਗੱਲ ਕੀਤੀ ਏਜੰਸੀਆਂ ਦੀ, ਕਿ ਦਬਾਅ ਪਾ ਕੇ ਵੀ ਲੀਡਰਾਂ ਨੂੰ ਦੂਜੇ ਪਾਸੇ ਖਿੱਚਿਆ ਜਾਂਦਾ? ਇਹ ਕੋਈ ਨਵੀਂ ਚੀਜ਼ ਜਿਹੜੀ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ? ਕੋਈ ਰਾਕਟ ਸਾਇੰਸ ਤਾਂ ਹੈ ਨਹੀਂ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹੀ ਹੋ ਰਿਹਾ। ਜਿਹੜਾ ਘਿਓ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ, ਉਹ ਉਂਗਲ ਘੁਮਾ ਕੇ ਥੱਲੋਂ ਕੱਢ ਲੈਂਦੇ ਨੇ ਉਹਦੇ 'ਚੋਂ। ਇਸ ਸਵਾਲ ਤਾਂ ਕੀਤਾ ਕਿਉਂਕਿ ਤੁਸੀਂ ਦਿੱਗਜ ਨੇਤਾ ਹੋ, ਜੋ ਗੱਲ ਕਹਿੰਦੇ ਹੋ ਕਹਿ ਦਿੰਦੇ ਹੋ, ਤੁਹਾਡੇ ਮਨ ਵਿੱਚ ਕੁਝ ਹੁੰਦਾ ਨਹੀਂ, ਪਰ ਤੁਹਾਨੂੰ ਇਸ ਤਰੀਕੇ ਨਾਲ ਕੋਈ ਅਪਰੋਚ ਕੀਤਾ ਗਿਆ?
ਮੈਨੂੰ ਕਰਨ ਦੀ ਕੋਈ ਤਾਕਤ ਨਹੀਂ ਰੱਖਦਾ। ਪ੍ਰਤਾਪ ਸਿੰਘ ਬਾਜਵਾ ਨੂੰ ਕਿਸੇ ਦੀ ਕੋਈ ਤਾਕਤ ਹੈ ਨਹੀਂ। ਸਾਨੂੰ ਸਾਡਾ ਜਨਮ ਹੀ ਸਿੱਧੇ ਹੋ ਕੇ ਲੜਾਈ ਕਰਨ ਵਾਸਤੇ ਹੋਇਆ। ਭਾਵੇਂ ਬਾਦਲਾਂ ਨਾ ਹੋਏ, ਭਾਵੇਂ ਕਪਤਾਨ ਨਾ ਹੋਏ, ਤੇ ਭਾਵੇਂ ਆ ਜਿਹੜੇ ਨਵੇਂ ਹੁਣ ਆਏ ਨੇ ਇਹਨਾਂ ਨਾਲ ਹੋਏ, ਸਾਰਿਆਂ ਨਾਲ ਸਿੱਧੇ ਹੋ ਕੇ ਟੱਕਰੀ ਦਾ। ਆਪਣੀ ਗੱਲ ਰੱਖੀ ਦੀ, ਡਰ ਸਾਨੂੰ ਹੈ ਕਿਸੇ ਦਾ ਨਹੀਂ। ਗੁਰੂ ਮਹਾਰਾਜ ਸਾਹਿਬ ਤੋਂ ਇਲਾਵਾ ਕਦੀ ਕਿਸੇ ਤੋਂ ਨਾ ਖੌਫ ਖਾਧਾ, ਨਾ ਕਦੀ ਡਰੇ ਆ। ਇੱਕੋ ਵਾਰੀ ਬੰਦੇ ਦਾ ਜਨਮ ਹੁੰਦਾ ਅਤੇ ਇੱਕੋ ਵਾਰੀ ਉਹਦੀ ਮੌਤ ਹੁੰਦੀ। ਦੋਹਰੀ ਵਾਰ ਕਿਸੇ ਨੇ ਜਨਮ ਲੈਣਾ ਨਹੀਂ, ਭਾਵੇਂ ਵੱਖ-ਵੱਖ ਧਰਮ ਜੋ ਮਰਜ਼ੀ ਕਹਿਣ। ਤਾਂ ਇਸ ਬਲੀਫ ਦੇ ਵਿੱਚ ਮੈਂ ਪੱਕਾ ਇਸ ਗੱਲ ਦੀ ਧਾਰਨਾ ਮੇਰੇ ਕਿ ਜਿਹੜੀ ਗੱਲ ਕਹਿਣੀ ਹੈ ਡਟ ਕੇ ਕਹੋ ਅਤੇ ਲੋਕਾਂ ਵਿੱਚ ਉਸ ਗੱਲ ਦਾ ਅਸਰ ਜਾਏ। ਸੋ ਸਾਨੂੰ ਕੋਈ ਏਜੰਸੀ ਜਾਂ ਕੋਈ ਇਹੋ ਜਿਹਾ ਬੰਦਾ ਕਦੀ ਸਾਡੇ ਤੱਕ ਪਹੁੰਚ ਕਰਨ ਦੀ ਤਾਕਤ ਹੀ ਉਹਨੇ ਰੱਖੀ। ਭਗਵੰਤ ਮਾਨ ਜਰਮਨੀ ਗਏ ਨੇ, ਕਹਿੰਦੇ ਵੀ ਕੰਪਨੀਆਂ ਨੂੰ ਸੱਦਾ ਦੇਣਗੇ ਕਿ ਪੰਜਾਬ ਵਿੱਚ ਆਉਣ। ਕੰਪਨੀਆਂ ਪੰਜਾਬ ਦੇ ਵਿੱਚ ਆ ਜਾਣਗੀਆਂ ਜੇ ਜਰਮਨੀ ਗਏ ਨੇ। ਕਿ ਇੰਡੀਆ ਜੋ ਇੱਕ ਮੇਕ ਇਨ ਇੰਡੀਆ ਨਾਰਾ ਵੀ ਚੱਲਿਆ ਸੀ, ਤੁਹਾਨੂੰ ਯਾਦ ਹੋਣਾ ਕਿ ਮੇਕ ਇਨ ਇੰਡੀਆ ਆਉਣਾ ਚਾਹੀਦਾ। ਕਿਹੜੀ ਕੰਪਨੀ ਇੱਥੇ ਆਉਣੀ ਚਾਹੀਦੀ ਹੈ? ਕਿਉਂਕਿ ਸਵਦੇਸ਼ੀ ਅਪਣਾ ਰਹੇ ਆ, ਵਿਦੇਸ਼ੀ ਦਾ ਵਿਰੋਧ ਹੋ ਰਿਹਾ। ਦੇਖੋ, ਇੱਕ ਸਿੱਧੇ ਤੌਰ ਮੈਂ ਤੁਹਾਨੂੰ ਤੁਹਾਡੇ TV ਚੈਨਲ 'ਤੇ ਸਾਰੇ ਹੀ ਤੁਹਾਡੇ ਸੁਣਨ ਵਾਲੇ ਵੀਰਾਂ ਅਤੇ ਭਰਾਵਾਂ ਨੂੰ, ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਮੈਂ ਕਹਿਣਾ ਚਾਹੁੰਦਾ, ਇਹ ਆਪਣੇ ਨਵੇਂ ਪਰਿਵਾਰ ਨੂੰ ਛੁੱਟੀ ਕਟਾਉਣ ਵਾਸਤੇ ਗਿਆ। ਇਹਨਾਂ ਦੀ ਸ਼ਾਦੀ ਤੋਂ ਬਾਅਦ ਪਹਿਲੀ ਫੇਰੀ ਹੈ ਬਾਹਰ ਦੀ। ਪੋਲੀਟੀਕਲ ਲੋਕ ਜਦੋਂ ਜਾਂਦੇ ਨੇ ਕੋਈ ਨਾ ਕੋਈ ਬਹਾਨਾ ਗੰਢ ਹੀ ਲੈਂਦੇ। ਤੁਸੀਂ ਭਾਵੇਂ ਜਰਮਨੀ ਦੀ ਕਿਸੇ ਕੰਪਨੀ ਦੀ ਗੱਲ ਕਰ ਲਓ, ਵੱਡੇ ਤੋਂ ਵੱਡੀਆਂ ਆਟੋਮੋਬਾਈਲ ਕੰਪਨੀਜ਼ ਨੇ ਜਰਮਨ ਜਿਹੜੀਆਂ ਮਸ਼ਹੂਰ, ਮਰਸੀਡੀਜ਼ ਬੈਂਸ ਹੈ, BMW ਹੈ, ਫੋਕਸਵੈਗਨ ਹੈ, ਜੋ ਵੀ ਇੰਡਸਟਰੀ ਹੈ, ਟੈਲੀਫੋਨਾਂ ਦੀ ਇੰਡਸਟਰੀ ਹੈ, ਮੈਨੂਫੈਕਚਰਿੰਗ ਇੰਡਸਟਰੀ ਕਿਸੇ ਕਿਸਮ ਦੀ ਲਾ ਲਓ, ਸਾਰੀਆਂ ਦੇ ਆਲਰੇਡੀ ਪ੍ਰੈਜ਼ੈਂਸ ਹਿੰਦੁਸਤਾਨ 'ਚ ਹੈ। ਉਹਨਾਂ ਦੀ ਸਾਰੀਆਂ ਫੈਕਟਰੀਆਂ ਹਿੰਦੁਸਤਾਨ 'ਚ, ਕੋਈ ਇਹੋ ਜਿਹੀ ਚੀਜ਼ ਨਹੀਂ ਰਹਿ ਗਈ ਜਿਹੜੀ ਜਰਮਨੀ 'ਚ ਬਣਦੀ ਅਤੇ ਹਿੰਦੁਸਤਾਨ 'ਚ ਨਾ ਬਣਦੀ। ਅਤੇ ਜਦੋਂ ਵੀ ਕੋਈ ਵੀ ਮਲਟੀਨੈਸ਼ਨਲ ਨੇ ਕਿਸੇ ਦੇਸ਼ ਦੇ ਵਿੱਚ ਜਾਂ ਸੂਬੇ 'ਚ ਆਉਣਾ ਹੁੰਦਾ ਤਾਂ ਉਸ ਦੇਸ਼ ਦੇ ਵਿੱਚ ਆਉਂਦੇ ਨੇ। ਦੇਸ਼ ਦਾ ਮੁੱਖ ਮੰਤਰੀ ਉਹਨਾਂ ਕੋਲ ਨਹੀਂ ਜਾਂਦਾ। ਦੂਜੀ ਗੱਲ ਨਾਲ ਹੋਰ ਕਲੀਅਰ ਕਰ ਦੇਵਾਂ, ਜਦੋਂ ਦੀ ਰੂਸ ਦੀ ਅਤੇ ਯੂਕਰੇਨ ਦੀ ਲੜਾਈ ਚੱਲ ਰਹੀ ਪਿਛਲੇ ਕਈ ਮਹੀਨਿਆਂ ਦੀ, ਸਾਰਾ ਯੂਰਪ ਬਹੁਤ ਭਾਰੀ ਰਿਸੈਸ਼ਨ ਚਲਾ ਗਿਆ। ਤੇਲ ਦੀਆਂ ਕੀਮਤਾਂ ਵੱਧ ਗਈਆਂ, ਖਾਣ ਦੀਆਂ ਕੀਮਤਾਂ ਵੱਧ ਗਈਆਂ। ਤੁਸੀਂ ਵੇਖ ਰਹੇ ਹੋ ਕਿ ਬਹੁਤ ਉਥਲ ਪੁਥਲ ਹੈ ਉਹਨਾਂ ਦੀ ਆਪਣੀ ਕਰੰਸੀ ਯੂਰੋਜ਼ ਦੇ ਵਿੱਚ। ਉਹਨਾਂ ਕੋਲ ਤਾਂ ਆਪਣੇ ਬਜਟ ਨਹੀਂ ਸਾਂਭੇ ਜਾ ਰਹੇ। ਅਤੇ ਇਹ ਭਗਵੰਤ ਮਾਨ ਜੀ ਨੂੰ ਕਿਹੜੀ ਨਵੀਂ ਉੱਥੋਂ ਸੁਗਾਤ ਤੋਂ ਦੇ ਕੇ ਘੱਲਣਗੇ? ਕੁਝ ਨਹੀਂ। ਇਹ ਬੇਸਿਕਲੀ ਛੁੱਟੀ ਹੈ ਪਰਿਵਾਰ ਦੇ ਨਾਲ ਐਟ ਦੀ ਐਕਸਪੈਂਸ ਆਫ ਦੀ ਸਟੇਟ ਐਕਸਚੇਕਰ। ਕਹਿਣ ਦਾ ਮਤਲਬ ਹੈ ਕਿ ਜਿਹੜੇ ਟੈਕਸ ਦੇਣ ਵਾਲੇ ਲੋਕ ਨੇ ਪੰਜਾਬ ਦੇ, ਉਹ ਇਹਨਾਂ ਦੀ ਇਸ ਛੁੱਟੀ ਦਾ ਬਿੱਲ ਅਦਾ ਕਰਨਗੇ। ਇਹਨਾਂ ਦੀਆਂ ਟਿਕਟਾਂ, ਫਸਟ ਕਲਾਸ ਦਾ ਬਿੱਲ, ਹਵਾਈ ਜਹਾਜ਼ਾਂ ਦੇ, ਇਹਨਾਂ ਦੇ 5 ਤਾਰਾ ਹੋਟਲ। ਮੈਨੂੰ ਇਹ ਪਤਾ ਲੱਗਿਆ ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਅਤੇ ਵਾਕਫ ਸਾਰੇ ਜਰਮਨੀ ਬੈਠੇ, ਉਹਨਾਂ ਦੇ ਜ਼ਰੀਏ ਕੱਲ੍ਹ ਹੀ ਰਾਤ ਮੈਨੂੰ ਕਾਲ ਆਈ ਸੀ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਸ਼ਹਿਰ 'ਚ ਜਰਮਨੀ ਦੇ ਜਾ ਕੇ ਜਿਨ੍ਹਾਂ ਹੋਟਲਾਂ 'ਚ ਰਹਿੰਦੇ ਉੱਥੇ ਇਹ ਰੁਕੇ, ਅਤੇ ਉਹਨਾਂ ਹੋਟਲਾਂ ਦਾ ਇੱਕ ਇੱਕ ਦੇ ਕਮਰੇ ਦਾ ਕਿਰਾਇਆ 1000 ਤੋਂ 1500 ਯੂਰੋ ਪਰ ਨਾਈਟ ਹੈ। ਯੂਰੋ ਇਸ ਟਾਈਮ 90 ਰੁਪਈਏ ਦਾ, ਅਤੇ ਇਹ ਲਾ ਲਓ ਕਿ 1.25 ਲੱਖ ਤੋਂ 1.5 ਲੱਖ ਰੁਪਈਆ ਦਿਹਾੜੀ ਰਾਤ ਨਿਹਰਾ ਸੌਣ ਦਾ ਕਮਰੇ 'ਚ। ਰੋਟੀ ਪਾਣੀ ਦਾ ਬਾਕੀ ਖਰਚੇ ਤੇ ਜਿਹੜੇ ਹੈ ਨੇ ਉਹ ਛੱਡ ਹੀ ਲਓ ਜੇ। ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਕਿੱਥੇ ਖੜੀ ਹੈ? ਕਿਉਂਕਿ ਇਹ ਮੈਂ ਸਵਾਲ ਤਾਂ ਕਰ ਰਿਹਾ ਕਿ ਕਿਤੇ ਕਾਂਗਰਸੀ ਲੀਡਰ ਵੀ ਡਰੇ ਹੋਏ ਨੇ, ਜੋ ਆਮ ਆਦਮੀ ਪਾਰਟੀ ਬਾਬਰ ਕਹਿ ਰਹੀ ਹੈ ਭਾਰਤ ਭੂਸ਼ਣ ਆਸ਼ੂ ਹੋਣ, ਉਹਨਾਂ ਨੂੰ ਪਕੜ ਲੈਂਦੇ ਨੇ ਜਾ ਕੇ ਵੀ ਜਿਨ੍ਹਾਂ ਨੇ ਕਰਪਸ਼ਨ ਕੀਤੀ ਅਸੀਂ ਪਕੜਨਾ ਹੀ ਪਕੜਨਾ, ਚਾਹੇ ਕੁਛ ਵੀ ਹੋ ਜਾਏ। ਅਸੀਂ ਕਦੋਂ ਰੋਕਿਆ ਕਿਸੇ ਨੂੰ ਫੜਨ ਤੋਂ? ਅਸੀਂ ਕਿਤੇ ਰੋਕਿਆ? ਬਟ ਮੈਂ ਇਹੀ ਕਹਿਣਾ, ਜਿਹੜਾ ਫੌਜਾ ਸਿੰਘ ਸਰਾਰੀ ਇਹਨੂੰ ਕਦੋਂ ਫੜੋਗੇ? ਕੱਲ੍ਹ ਹੀ ਫੌਜਾ ਸਿੰਘ ਜੀ ਰਾਤ ਆਡੀਓ ਉਹਨਾਂ ਦੀ ਲੀਕ ਹੋਈ ਹੈ, ਸੌਦਾ ਕਰ ਰਹੇ ਨੇ, ਉਹਨੂੰ ਕਦੋਂ ਗ੍ਰਿਫਤਾਰ ਕਰੋਗੇ? ਆ ਜਿਹੜੇ ਤੁਹਾਡੇ ਮਾਜਰੇ ਨੇ, ਕਿਸੇ ਦਾ ਜਨਾਨੀ ਨਾਲ ਪੇਚਾ ਪਿਆ, ਕਿਸੇ ਦਾ ED ਨਾਲ ਪੇਚਾ ਪਿਆ, ਕਿਸੇ ਦਾ ਡਾਕਟਰਾਂ ਨਾਲ ਪੇਚਾ ਪਿਆ, ਇਹਨਾਂ ਦੀ ਗ੍ਰਿਫਤਾਰੀ ਕਦੋਂ ਹੋਏਗੀ? ਇੱਥੇ ਕਈ MLA ਨੇ, ਕੋਈ ਪਾਇਲ ਦਾ, ਕੋਈ ਫਾਜ਼ਿਲਕਾ ਦਾ, ਕੋਈ ਲੋਕਾਂ ਕੋ ਮਾਈਨਿੰਗ ਦੇ ਪੈਸੇ ਫੜੀ ਜਾਂਦਾ, ਕੁਝ ਔਰਤਾਂ ਕੋ ਬਿਜ਼ਨਸ ਰਨ ਕਰਨ ਦੇ ਪੈਸੇ ਮੰਗਦੇ ਫਿਰਦੇ ਨੇ। ਉਹਨਾਂ 'ਤੇ ਐਕਸ਼ਨ ਭਗਵੰਤ ਮਾਨ ਜੀ ਕਦੋਂ ਲੈਣਗੇ? ਅੱਜ ਹੀ ਅਸੀਂ ਹਫ਼ਤਾ ਮਨਾ ਰਹੇ ਹਾਂ ਸਰਾਗੜੀ ਦਾ। ਵੇਖੋ, ਇਤਿਹਾਸਿਕ ਲੜਾਈ ਹੋਈ ਸੀ 150 ਸਾਲ ਪਹਿਲੇ, ਜਿੱਥੇ 21 ਸਿੱਖ ਰੈਜੀਮੈਂਟ ਦੇ ਜਿਹੜੇ ਸਾਡੇ ਸ਼ਹੀਦ ਹੈ ਸੀ, ਉਹਨਾਂ ਕੁਰਬਾਨੀ ਦਿੱਤੀ ਸੀ। 10,000 ਤੋਂ ਵੱਧ ਅਫਗਾਨੀਆਂ ਨਾਲ ਲੜਦੇ ਹੋਏ, ਕਬੀਲਿਆਂ ਨਾਲ। ਇਹ ਅਸੀਂ ਹਫ਼ਤਾ ਮਨਾ ਰਹੇ ਹਾਂ।
ਤੇ ਸਰ ਭਗਵੰਤ ਸਿੰਘ ਮਾਨ ਜੀ, ਤੁਸੀਂ ਜਿਹੜੀ ਗਾਰਡੀਅਨਸ ਆਫ ਗਵਰਨੈਂਸ ਜਿਹਨੂੰ GOG ਕਹਿੰਦੇ ਆ, 4300 ਬੰਦਾ ਸਾਡਾ ਐਕਸ ਫੌਜੀ ਜਿਨ੍ਹਾਂ ਦੇਸ਼ ਵਾਸਤੇ ਲੜਾਈਆਂ ਲੜੀਆਂ ਨੇ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਉਹਨੂੰ ਬਰਕਰਾਰ ਰੱਖਣ ਵਾਸਤੇ ਬਾਰਡਰਾਂ 'ਤੇ ਲੜਾਈਆਂ ਲੜੀਆਂ, 4300 ਬੰਦਾ ਜਿਹੜਾ ਸੀ ਕਾਂਗਰਸ ਸਰਕਾਰ ਵੇਲੇ ਪੇਂਡੂ ਕੰਮਾਂ ਸ਼ਹਿਰੀ ਕੰਮਾਂ ਦੀ ਦੇਖ ਰੇਖ ਵਾਸਤੇ ਲੱਗਾ ਸੀ, ਸੁਚੱਜਾ ਢੰਗ ਕਰ, ਉਹ ਸਾਰੇ ਤੁਸੀਂ ਤੋੜ ਦਿੱਤੇ ਵਿਹਲਿਆਂ ਕਰਕੇ। ਤੁਸੀਂ ਕਹਿੰਦੇ ਹੋ ਅਸੀਂ ਨੌਕਰੀਆਂ ਦੇਣੀਆਂ ਨੇ। 4300 ਐਕਸ ਸਰਵਿਸਮੈਨ। ਅਤੇ ਅੱਜ ਹੀ ਆ ਫੌਜਾ ਸਿੰਘ ਸਰਾਰੀ, ਇਹਦੇ ਕੋਲ ਮਹਿਕਮਾ ਕਿਉਂਕਿ ਫੌਜੀਆਂ ਦਾ, ਅੱਜ ਹੀ ਘੇਰਾਬੰਦੀ ਇਹਦੀ ਅੱਜ ਹੀ ਫੌਜੀਆਂ ਨੇ ਕੀਤੀ ਹੈ। ਅਤੇ ਗੱਡੀ ਜਿੰਨੀ ਸਪੀਡ 'ਚ ਆਈ ਉਸ ਤੋਂ ਵੱਧ ਸਪੀਡ ਦੇ ਵਿੱਚ ਮੰਤਰੀ ਸਾਹਿਬ ਦੀ ਗੱਡੀ ਪਿਛਲੇ ਗੇਅਰ ਦੇ ਵਿੱਚ ਭੱਜਦੀ ਵੇਖੀ। ਇਹ ਆਪ ਆਦਮੀ ਦਾ ਟਾਈਮ ਆ ਗਿਆ, ਜਿੰਨੀ ਸਪੀਡ ਨਾਲ ਆਏ ਸੀ ਉਨੀ ਸਪੀਡ ਨਾਲ ਹੀ ਗੱਡੀ ਪਿਛਾਂਹ ਨੂੰ ਭੱਜ ਰਹੀ, ਉਨੀ ਸਪੀਡ ਨਾਲ ਹੀ ਲੋਕਾਂ ਨੇ ਇਹਨਾਂ ਨੂੰ ਭਜਾਣਾ ਇੱਥੋਂ। ਤਾਂ ਤੁਸੀਂ ਬਾਕੀਆਂ ਦੀ ਤਾਂ ਗੱਲ ਹੀ ਛੱਡੋ, ਅਸੀਂ ਤਾਂ ਵੈਲਕਮ ਕਰ ਰਹੇ ਹਾਂ, ਜਿਹਦਾ ਮਰਜ਼ੀ ਜਿਹਦੀ ਤੁਸੀਂ ਇਨਕੁਆਇਰੀ ਕਰਨੀ ਕਰੋ, ਬਟ ਆਪਣੇ ਮੰਜੇ ਥੱਲੇ ਵੀ ਸੋਟਾ ਫੇਰੋ। ਕਹਿੰਦੇ ਕਿ ਮੋਦੀ ਸਾਹਿਬ ਕੋਲ ਤੇ ਪੰਜਾਬ ਸਰਕਾਰ ਕੋਲ ਲੱਗਦਾ ਵੀ ਸੱਚ ਚੱਲਦਾ ਪਿਆ ਦੋਨੇ ਪਾਸੇ, ਕੇਂਦਰ ਤੇ ਪੰਜਾਬ ਸਰਕਾਰ ਦਾ। ਨਾ ਕੋ ਕੁਝ ਹੋਏ, ਮੈਂ ਤਾਂ ਇੱਕੋ ਗੱਲ ਕਹਿਤੀ, ਆਪਣੀ ਤਿਆਰੀ ਰੱਖੋ। ਹੁਣ ਤਾਂ ਤੁਹਾਡੀ ਘੜੀ ਜਿਹੜੀ ਟਿਕ ਕਰਨੀ ਸ਼ੁਰੂ ਕਰ ਦਿੱਤੀ, ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ, ਅਤੇ ਇਹ ਤਾਂ ਲਾਈਨ ਨਹੀਂ ਟੁੱਟਣੀ ਇਹਨਾਂ ਦੀ। ਅਜੇ ਤਾਂ MLA ਦੀ ਅਤੇ ਮੰਤਰੀਆਂ ਦੇ ਕੰਮ ਹੀ ਅਜੇ ਸ਼ੁਰੂ ਹੋਇਆ। ਤੁਸੀਂ ਕਹਿੰਦੇ ਇਹਨਾਂ ਨੂੰ ਟਾਈਮ ਦਿਓ, ਟਾਈਮ ਤਾਂ ਦੇ ਦੇਣਾ, ਲੋਕ ਤਾਂ ਹੱਥਾਂ ਨੂੰ ਦੰਦੀਆਂ ਵੱਢਦੇ ਫਿਰਦੇ ਨੇ। ਜਿਹੜੀ ਪਾਰਟੀ ਕਹਿੰਦੀ ਸੀ 2 ਕਮਰਿਆਂ ਤੋਂ ਚੱਲਾਂਗੇ ਘਰਾਂ 'ਚੋਂ, ਉਹ 1-1 ਕਿੱਲੇ ਦੇ 5 ਘਰ ਨੇ ਭਗਵੰਤ ਮਾਨ ਕੋਲ। ਜਿਹੜਾ ਕਹਿੰਦਾ ਸੀ ਅਸੀਂ ਮਰੂਤੀ ਵੈਗਨਾਰ ਜਾਂ ਮਰੂਤੀ ਛੋਟੀ ਵਿੱਚ ਦਫ਼ਤਰਾਂ 'ਚ ਆਇਆ ਕਰਾਂਗੇ, ਉਹ ਦੇਖੋ 8 ਲੈਂਡ ਕਰੂਜ਼ਰਾਂ ਨੇ 2.5 ਕਰੋੜ ਦੀਆਂ। ਅੱਜ 52 ਗੱਡੀਆਂ ਨੇ ਭਗਵੰਤ ਮਾਨ ਦੇ CM ਦੇ ਕੋਟੇ ਦੇ ਵਿੱਚ, 52 ਗੱਡੀਆਂ, 5 ਘਰ ਨੇ, 850 ਗਨਮੈਨ ਨੇ। ਇਹਨਾਂ ਦੇ ਇਮੀਡੀਏਟ ਪਰਿਵਾਰ ਦੇ ਕੋਲ 60 ਗਨਮੈਨ ਨੇ। ਕੇਜਰੀਵਾਲ ਸਾਹਿਬ ਕੋਲ 80 ਪੁਲਿਸ ਦੇ ਗਾਰਡਸ ਨੇ। 1.5 ਕਰੋੜ ਦੀ ਗੱਡੀ ਹੈ। ਆ ਜਿਹੜਾ ਰਾਘਵ ਚੱਡਾ 50 ਇਹਨੂੰ ਗਨਮੈਨ ਦਿੱਤੇ ਨੇ। ਇੱਕ ਵੱਡੀ ਗੱਡੀ ਇਹਨੂੰ ਦਿੱਤੀ ਹੈ, ਕੋਠੀ ਇਹਨੂੰ 50 ਨੰਬਰ ਦੀ ਦਿੱਤੀ ਹੈ। ਸਾਰੇ ਪੰਜਾਬ ਦੇ ਵੱਡੇ ਬਿਜ਼ਨਸਮੈਨ, ਜਿੰਨੀ ਬਿਊਰੋਕਰੇਸੀ, ਜਿੰਨੀ ਪੁਲਿਸ ਇਹਦੇ ਘਰ ਵਿੱਚ ਜਾਂਦੀ ਹੈ। ਸਰਕਾਰ ਦੇ ਬਰਾਬਰ ਇੱਕ ਸਰਕਾਰ ਚੱਲ ਰਹੀ ਹੈ। ਪ੍ਰੋਟੋਕੋਲ ਹੈ ਜੇ ਸੁਰੱਖਿਆ ਦਿੱਤੀ ਗਈ ਹੈ ਤਾਂ ਇਹ ਪ੍ਰੋਟੋਕੋਲ ਦੇ ਤਹਿਤ ਹੀ ਹੈ। ਕਿਹੜਾ ਪ੍ਰੋਟੋਕੋਲ ਇਹਦਾ ਜੀ? ਇਹਨੂੰ ਕਿਹੜੇ ਪ੍ਰੋਟੋਕੋਲ 'ਤੇ ਦਿੱਤੀ ਹੈ? 7 MP ਨੇ ਰਾਜ ਸਭਾ ਦੇ, 13 MP ਨੇ ਲੋਕ ਸਭਾ ਦੇ, 20 ਦੀ ਸੇਮ ਪ੍ਰੋਟੋਕੋਲ ਬਣਦੀ ਹੈ। ਇਹ ਰਾਘਵ ਚੱਡਾ ਜੀ ਬਾਹਰਲੇ ਮੁਲਕ 'ਚ ਜੰਮੇ ਨੇ ਕਿ ਇਹਨਾਂ ਨੂੰ ਵੱਖਰਾ ਪ੍ਰੋਟੋਕੋਲ ਹੈ, ਅਤੇ ਜਿਹੜੇ ਹਿੰਦੁਸਤਾਨ ਜੰਮੇ ਉਹਨਾਂ ਨੂੰ ਵੱਖਰਾ ਪ੍ਰੋਟੋਕੋਲ ਹੈ। 20 MP ਨੇ ਸਾਡੇ, 13 ਲੋਕ ਸਭਾ ਦੇ ਅਤੇ 7 ਰਾਜ ਸਭਾ ਦੇ। ਇਹ ਇਕੱਲੇ ਨੂੰ ਕੋਠੀ ਕਿਉਂ ਦਿੱਤੀ ਗਈ? ਇਕੱਲੇ ਨੂੰ ਗਨਮੈਨ ਕਿਉਂ ਦਿੱਤਾ ਰਹੇਗਾ? ਇਕੱਲੇ ਕੋਲ ਚੀਫ ਸੈਕਟਰੀ, ਇਕੱਲੇ ਕੋਲ ਹੋਮ ਸੈਕਟਰੀ, ਇਕੱਲੇ ਕੋਲ AG, ਇਕੱਲੇ ਕੋਲ ਪੰਜਾਬ ਦੀਆਂ ਮਾਲਦਾਰ ਸਾਮੀਆਂ, ਇਕੱਲੇ ਕੋਲ ਪੋਸਟਿੰਗਸ ਕਰਨ ਦਾ, ਇਕੱਲੇ ਕੋਲ ਪ੍ਰਮੋਸ਼ਨਸ ਕਰਨ ਦਾ। ਇਹ ਸਾਰੇ ਹੱਕ ਰਾਘਵ ਚੱਡੇ ਨੂੰ ਦੇ ਦਿੱਤੇ ਨੇ। ਸਰ ਮੈਂ ਹੁਣ ਸਵਾਲ ਕਰੂੰਗਾ ਕਿ ਤੁਹਾਡੀ ਕੀ ਤਿਆਰੀ ਹੈ ਕਾਂਗਰਸ ਪਾਰਟੀ ਨੂੰ ਲੈ ਕੇ, ਕਿਉਂਕਿ ਕੇਜਰੀਵਾਲ ਦਾ ਨਾਮ ਤਾਂ ਬਾਰ-ਬਾਰ ਲਿਆ ਜਾਂਦਾ ਆਮ ਆਦਮੀ ਪਾਰਟੀ ਵੱਲੋਂ, BJP ਦਾ ਆਪਾਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਹੋਣਗੇ, ਚਿਹਰਾ ਕੌਣ ਹੋਊਗਾ? ਇਸ ਪਾਸੇ ਤਾਂ ਹਾਮੀ ਹੋ ਗਈ ਹੈ ਕਿ ਕੇਜਰੀਵਾਲ ਸਾਹਿਬ ਹੋਣਗੇ 2024 ਦੇ ਵਿੱਚ। ਕਿਹੜੇ ਕੰਮ 'ਚ? ਪ੍ਰਾਈਮ ਮਿਨਿਸਟਰ ਦੇ ਤੌਰ 'ਤੇ। ਪ੍ਰਾਈਮ ਮਿਨਿਸਟਰ ਸੀਟ ਇਹਨਾਂ ਕੋਲ ਸਾਰੇ ਹਿੰਦੁਸਤਾਨ 'ਚ ਇੱਕ ਹੈ ਨਹੀਂ। 542 ਮੇਰੇ ਛੋਟੇ ਵੀਰ ਲੋਕ ਸਭਾ ਦੀਆਂ ਸੀਟਾਂ, 542। ਇੱਕ MP ਕੇਜਰੀਵਾਲ ਦਾ ਨਹੀਂ। ਮੈਨੂੰ ਨਾਂ ਦਿਓ। ਇਹ ਪ੍ਰਾਈਮ ਮਿਨਿਸਟਰ ਬਣ ਲੱਗਾ ਬਿਨਾਂ MP ਤੋਂ ਹੀ। ਨਿਆਣਾ ਤਾਂ ਜੇ ਜੰਮਿਆ ਵੀ ਨਹੀਂ। ਤੁਸੀਂ ਕੱਪੜੇ ਖਰੀਦਣ ਦੀ, ਉਹਦਾ ਨਾਂ ਰੱਖਣ ਦੀ ਗੱਲ ਕਰਦੇ ਫਿਰਦੇ। ਨਿਆਣਾ ਤਾਂ ਜੇ ਜੰਮਿਆ ਵੀ ਨਹੀਂ। MP ਇਹਨਾਂ ਕੋਈ ਇੱਕ ਹੈ ਨਹੀਂ। ਇਹ ਕਿਹੜੇ ਪ੍ਰਧਾਨ ਮੰਤਰੀ ਦੇ ਸੁਪਨੇ ਵੇਖੀ ਜਾਂਦਾ? ਤੁਹਾਡੀ ਕੀ ਤਿਆਰੀ ਇਹਦੇ 'ਚ? ਸਾਡੀ ਤਿਆਰੀ ਪ੍ਰਧਾਨ ਮੰਤਰੀ ਬਣਦੀ ਨਹੀਂ। ਸਾਡੀ ਤਿਆਰੀ ਦੇਸ਼ ਨੂੰ ਮਜ਼ਬੂਤ ਕਰਨ ਦੀ, ਦੇਸ਼ ਨੂੰ ਜੋੜਨ ਦੀ ਹੈ। ਕੋਈ ਲੀਡਰ 75 ਸਾਲਾਂ 'ਚ, ਮੇਰਾ ਓਪਨ ਚੈਲੰਜ ਹੈ, ਮੇਰਾ ਓਪਨ ਚੈਲੰਜ ਹੈ ਕੇਜਰੀਵਾਲ ਨੂੰ। ਆ ਚੱਲ ਰਾਹੁਲ ਗਾਂਧੀ ਮੁਕੰਮਲ ਕਰ ਲੈਂਦਾ, ਤੂੰ ਸਾਰੇ ਦੇਸ਼ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੈਦਲ ਹੀ ਚੱਲ ਕੇ ਵਿਖਾ ਦੇ। ਆਓ ਵੇਖੀਏ ਤਾਂ ਸਹੀ। 3750 ਕਿਲੋਮੀਟਰ 150 ਦਿਨਾਂ 'ਚ ਚੱਲਣਾ, 35 ਕਿਲੋਮੀਟਰ ਰੋਜ਼ ਚੱਲਣਾ। ਛੋਟੇ ਵੀਰ ਗੱਲਾਂ ਕਰਨੀਆਂ ਬੜੀਆਂ ਸੁਖਾਵੀਆਂ ਨੇ। MP ਤੁਹਾਡੇ ਕੋਲ ਇੱਕ ਨਹੀਂ, ਪ੍ਰਧਾਨ ਮੰਤਰੀ ਬਣਨ ਨੂੰ ਫਿਰਦੇ ਨੇ। ਪ੍ਰਧਾਨ ਮੰਤਰੀ ਛੱਡੋ, ਤੁਸੀਂ ਆਪ 24 ਦੀਆਂ ਇਲੈਕਸ਼ਨਾਂ ਵੇਖਿਓ। ਜੇ ਇਹਨਾਂ ਦਾ ਸੁਫੜਾ ਸਾਫ਼ ਆਮ ਆਦਮੀ ਪਾਰਟੀ ਦਾ ਸਾਰੇ ਦੇਸ਼ 'ਚ ਨਾ ਹੋ ਗਿਆ ਤਾਂ ਕਹਿ ਦਿਓ। ਤੁਸੀਂ ਵਿਜੀਲੈਂਸ ਦੀ ਗੱਲ ਕਰਨੀ ਹੋ ਵੀ ਵਿਜੀਲੈਂਸ ਵੀ ਬਾਰ-ਬਾਰ ਰੇਡ ਕਰਦੀ ਹੈ। ਦੂਜੇ ਪਾਸੇ ਕਿਸ ਤਰੀਕੇ ਕੋਈ ਵੀ ਕੀਤਾ, ਮੈਂ ਨਹੀਂ ਕਿਹਾ, ਤੁਸੀਂ ਕੀਤਾ ਮੈਨੂੰ ਸਵਾਲ। ਮੈਂ ਨਹੀਂ ਕਿਹਾ ਵਿਜੀਲੈਂਸ ਕਰਦੀ। ਨਾ ਸਾਨੂੰ ਕੋਈ ਡਰ ਹੈ, ਨਾ ਸਾਨੂੰ ਕੋਈ ਖੌਫ ਹੈ ਵਿਜੀਲੈਂਸ ਦਾ। ਜਦੋਂ ਮਰਜ਼ੀ ਆਏ, ਜਿਹਦੇ ਵੱਲ ਮਰਜ਼ੀ ਆਏ, ਅਸੀਂ ਨਹੀਂ ਕੀਤਾ। ਇਹ ਤੁਹਾਡਾ ਸਵਾਲ ਸੀ।
ਮੈਂ ਇੰਨੀ ਗੱਲ ਕਹੀ ਸੀ ਕਿ ਵਿਜੀਲੈਂਸ ਨੂੰ ਇਹ ਜਿਹੜੀ ਆਮ ਆਦਮੀ ਪਾਰਟੀ ਆਪਣੇ ਮੰਜੇ ਥੱਲੇ ਵੀ ਸੋਟਾ ਫੇਰ ਕੇ ਵੇਖੇ। ਰੋਜ਼ ਤਾਂ ਕੋਈ ਐਮਐਲਏ ਕਾਬੂ ਆ ਜਾਂਦਾ, ਰੋਜ਼ ਇਹਨਾਂ ਦਾ ਕੋਈ ਮੰਤਰੀ ਕਾਬੂ ਆ ਜਾਂਦਾ। ਕਦੀ ਕੋਈ ਸੁਣਿਆ ਜੇ ਕਿ ਔਰਤਾਂ ਆਪ ਹਾਈ ਕੋਰਟਾਂ 'ਚ ਜਾਣ ਆਪਣੇ ਘਰਦਿਆਂ ਦੇ ਖਿਲਾਫ, ਤੇ ਉੱਥੇ ਸੁਰੱਖਿਆ ਮੰਗਣ ਆਨਰੇਬਲ ਹਾਈ ਕੋਰਟਸ 'ਤੇ ਕੋਈ ਸਾਡੀ ਜਾਨ ਆਪਣੇ ਹਸਬੈਂਡ ਤੋਂ ਸੇਫ ਨਹੀਂ, ਤੇ ਕੇਸਿਸ ਔਰਤਾਂ 'ਤੇ ਰਜਿਸਟਰ ਹੋਣ। ਇਹ ਰਾਮ ਰਾਜ ਹੈ ਜੀ, ਇਹ ਬਦਲਾਵ ਦੀ ਗੱਲ ਕਰਦੇ ਨੇ। ਇਹ ਉਹ ਪਾਰਟੀ ਹੈ ਜਿਹੜੀ ਕਹਿੰਦੀ ਸੀ 18 ਸਾਲ ਤੋਂ ਵੱਧ ਦੀ ਅਸੀਂ ਹਰ ਔਰਤ ਨੂੰ, ਭੈਣ ਨੂੰ, ਮਾਂ ਨੂੰ ਅਸੀਂ 1-1000 ਰੁਪਈਆ ਸਿਕਿਉਰਿਟੀ ਦੇਵਾਂਗੇ ਮਹੀਨੇ ਦੀ। ਉਹ ਤੁਸੀਂ ਆਪਣੀਆਂ ਲਾਅ ਮੇਕਰਸ, ਤੁਹਾਡੀਆਂ ਐਮਐਲਏ ਜਿਹੜੀਆਂ, ਉਹਨਾਂ ਨਾਲ ਉਹਨਾਂ ਦੇ ਹਸਬੈਂਡਸ ਨੇ ਮਿਸਬਿਹੇਵ ਕੀਤਾ, ਅਜੇ ਤੱਕ ਉਹਨਾਂ ਦੇ ਅਗੇਂਸਟ ਕੋਈ ਕੰਪਲੇਂਟ ਨਹੀਂ ਤੁਸੀਂ ਦਾਇਰ ਕੀਤੀ। ਤੁਸੀਂ ਤੁਹਾਡੇ ਐਮਐਲਏਜ਼ ਨੇ ਜਿਨ੍ਹਾਂ ਦੀ ਵਾਈਫਸ ਹਾਈ ਕੋਰਟ 'ਚ ਗਈਆਂ ਨੇ, ਉਹਨਾਂ ਦੇ ਖਿਲਾਫ ਤੁਸੀਂ ਕੰਪਲੇਂਟਸ ਦਾਇਰ ਕਰ ਦਿੱਤੀਆਂ। ਜਿਹੜੀਆਂ ਔਰਤਾਂ ਨੂੰ ਤੁਹਾਡੇ ਐਮਐਲਏਜ਼ ਨੇ ਉਹਨਾਂ ਕੋ ਬਿਜ਼ਨਸ ਡੀਲ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਆਪਣੀ ਗੱਲ ਕੀਤੀ, ਉਹ ਤੁਸੀਂ ਤੁਹਾਡੀ ਪੁਲਿਸ ਜਾ ਕੇ ਬਜਾਏ ਕੰਪਲੇਨੈਂਟ ਦੇ ਅਗੇਂਸਟ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਹੋਈ ਉਹਦੇ 'ਤੇ ਕੇਸ ਰਜਿਸਟਰ ਕਰਨ ਦੇ, ਕੰਪਲੇਂਟ ਕਰਨ ਵਾਲੇ ਦੇ ਸ਼ਿਕਾਇਤਾਂ ਤੁਸੀਂ ਕੇਸ ਰਜਿਸਟਰ ਕਰਨਾ, ਇਹਨੂੰ ਰਾਜ ਕਹਿੰਦੇ ਹੋ ਤੁਸੀਂ? ਇਹਨੂੰ ਬਦਲਾਵ ਕਹਿੰਦੇ ਹੋ ਤੁਸੀਂ? ਹਾਂਜੀ, ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਪ੍ਰਤਾਪ ਸਿੰਘ ਬਾਜਵਾ। ਅਲੱਗ-ਅਲੱਗ ਤਰੀਕੇ ਦੇ ਨਾਲ ਸਿਆਸਤ ਜੋ ਹੈ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਹੁੰਦੀ ਹੈ, ਪਰ ਇਸ ਸਮੇਂ ਜੋ ਸੱਤਾ ਵਿੱਚ ਮੌਜੂਦ ਹੈ ਆਮ ਆਦਮੀ ਪਾਰਟੀ, ਕਿ ਉਹ ਜਿਨ੍ਹਾਂ ਦੇ ਐਮਐਲਏ ਹੁਣ ਸੁਰੱਖਿਆ ਬਣੇ ਹੋਏ ਨੇ ਕਿ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ। ਕਾਰਡੀਓ ਦਾ ਜ਼ਿਕਰ ਆਉਂਦਾ ਹੈ ਕਿ ਇਸ ਉੱਪਰ ਸਪਸ਼ਟੀਕਰਨ ਹੋਊਗਾ ਜਾਂ ਪਾਰਟੀ ਕੋਈ ਕਾਰਵਾਈ ਕਰੇਗੀ ਇਹ ਸਮਾਂ ਦੱਸੂਗਾ। ਦੂਜੇ ਪਾਸੇ ਰਾਹੁਲ ਗਾਂਧੀ ਜੋ ਭਾਰਤ ਜੋੜੋ ਯਾਤਰਾ ਕਰ ਰਹੇ ਨੇ, ਉਹ ਯਾਤਰਾ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਨਹੀਂ, ਦੇਸ਼ ਨੂੰ ਜੋੜਨ ਵਾਸਤੇ ਹੈ। ਪਰ ਸਿਆਸਤ ਜੋ ਹੈ ਉਹ ਹਮੇਸ਼ਾ ਹੁੰਦੀ ਹੈ ਤੇ ਹੁੰਦੀ ਆਈ ਹੈ, ਚਾਹੇ ਇਹ ਯਾਤਰਾ ਕਿਉਂ ਨਾ ਹੋਵੇ। ਕਿ ਇਸ ਦਾ ਫਾਇਦਾ ਮਿਲੂਗਾ ਇਹ 2024 'ਚ ਪਤਾ ਲੱਗੇਗਾ।